ਸੋ ਵੈਲਕਮ ਟੂ ਦ ਵੀਡੀਓ। ਸੋ ਸਾਰਿਆਂ ਨਾਲ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਆਇਲਸ ਵਾਲੇ ਬੱਚਿਆਂ ਵਾਸਤੇ ਮੋਡਾਲਸ ਜੋ ਅੱਜ ਆਪਣਾ ਟੌਪਿਕ ਆ, ਮੋਡਲਸ ਬੋਲ ਦਿੰਦੇ ਕਈ, ਮੋਡਾਲਸ ਬੋਲ ਦਿੰਦੇ, ਇਹ ਕਿਉਂ ਜ਼ਰੂਰੀ ਆ। ਦੇਖੋ ਮੋਡਾਲਸ ਰਾਈਟਿੰਗ ਤੇ ਸਪੀਕਿੰਗ ਵਾਸਤੇ ਤਾਂ ਜ਼ਰੂਰੀ ਹੈ ਹੀ ਹੈ, ਸਪੀਕਿੰਗ ਵਾਸਤੇ ਤਾਂ ਬਾਹਲੇ ਜ਼ਰੂਰੀ ਆ। ਠੀਕ ਹੈ, ਇੰਟਰੋ ਦੇ ਵਿੱਚ ਮੋਡਾਲਸ ਹੀ ਕੰਮ ਆਉਂਦੇ ਆ ਜ਼ਿਆਦਾਤਰ, ਭਾਵੇਂ ਸੈਕਿੰਡ ਆਪਾਂ ਪਾਰਟ ਲਾਈਏ, ਇੱਕ ਕਿਊ ਕਾਰਡ, ਥਰਡ ਪਾਰਟਸ, ਤਿੰਨਾਂ ਦੇ ਵਿੱਚ ਮੋਡਾਲਸ ਬਹੁਤ ਇੰਪੋਰਟੈਂਟ ਨੇ। ਅਤੇ ਰਾਈਟਿੰਗ ਦੇ ਵਿੱਚ ਟਾਸਕ 2 ਵਾਸਤੇ ਸਪੈਸ਼ਲੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਆਪਾਂ ਕੈਨ ਕੁਡ ਦਾ ਕਿਵੇਂ ਯੂਜ਼ ਕਰਨਾ, ਠੀਕ ਹੈ। ਪਲੱਸ ਰੀਡਿੰਗ ਵਾਸਤੇ ਵੀ ਬਹੁਤ ਜ਼ਿਆਦਾ ਇਹ ਬੈਨੀਫੀਸ਼ੀਅਲ ਰਹਿੰਦੇ ਆ, ਕਿਉਂਕਿ ਇਹਨਾਂ ਤੋਂ ਬਾਅਦ ਆਪਾਂ ਨੂੰ ਜੇ ਪਤਾ ਹੋਊਗਾ ਵੀ ਕੈਨ ਤੋਂ ਬਾਅਦ ਕਿਹੜੀ ਫੋਰਮ ਲੱਗਦੀ ਆ, ਅਤੇ ਆਪਾਂ ਆਪਣੇ ਅੱਧੇ ਤੋਂ ਜ਼ਿਆਦਾ ਆਨਸਰ ਇਹਦੇ ਨਾਲ ਹੀ ਲਾ ਸਕਦੇ ਹਾਂ। ਪਲੱਸ ਕੁਐਸਚਨ ਕਿਹੜੇ ਮੋਡਾਲਸ 'ਚ ਦਿੱਤਾ ਹੋਇਆ, ਕੁਐਸਚਨ 'ਚ ਕਿਹੜੀ ਮੋਡਾਲ ਯੂਜ਼ ਕੀਤੀ ਆ, ਆਪਣੇ ਪੈਸੇਜ 'ਚ ਕਿਹੜੀ ਮੋਡਾਲ ਯੂਜ਼ ਕੀਤੀ ਆ, ਉਹਦੇ ਤੋਂ ਵੀ ਆਪਾਂ ਬੜੇ ਅੱਛੇ ਤਰੀਕੇ ਨਾਲ ਅੰਦਾਜ਼ਾ ਲਾ ਸਕਦੇ ਹਾਂ ਹੈਡਿੰਗਸ ਦੇ ਵਿੱਚ ਸਪੈਸ਼ਲੀ। ਠੀਕ ਹੈ, ਹੈਡਿੰਗਸ ਦੇ ਵਿੱਚ ਵੀ ਅਤੇ ਆਪਣੇ ਫਿਲਅਪਸ ਦੇ ਵਿੱਚ ਵੀ ਕੈਨ ਤੋਂ ਬਾਅਦ ਕੀ ਆਉਂਦਾ, ਐਵੇਂ ਦੀਆਂ ਚੀਜ਼ਾਂ ਨਾਲ ਈਜ਼ਲੀ ਅੰਦਾਜ਼ਾ ਲਾ ਸਕਦੇ। ਸੋ ਮੋਡਾਲਸ ਬਹੁਤ ਜ਼ਿਆਦਾ ਜ਼ਰੂਰੀ ਆ, ਹਰ ਇੱਕ ਬੱਚੇ ਨੂੰ ਇਹਦਾ ਕੰਸੈਪਟ ਕਲੀਅਰ ਹੋਣਾ ਚਾਹੀਦਾ। ਅੱਜ ਦੀ ਵੀਡੀਓ ਇੰਨੀ ਜ਼ਿਆਦਾ ਆਇਲਸ ਦੇ ਬੱਚੇ ਤਾਂ ਠੀਕ ਆ, ਬਾਕੀ ਜਿਹੜੇ ਸਪੋਕਨ ਇੰਗਲਿਸ਼ ਦੇ ਬੱਚੇ ਆ ਉਹਨਾਂ ਵਾਸਤੇ ਵੀ ਇੱਕ ਬੂਨ ਐਜ਼ ਅ ਬੂਨ ਪ੍ਰੂਵ ਹੋਊਗੀ। ਬਹੁਤ ਵਧੀਆ ਤਰੀਕੇ ਨਾਲ ਆਪਾਂ ਮੋਡਾਲ ਕਰਾਂਗੇ, ਇਕੱਲੀ ਚੀਜ਼ ਜਿੰਨੇ ਹੋ ਸਕੇ ਉਨੇ ਆਪਾਂ ਕਰਾਂਗੇ ਅੱਜ, ਬਾਕੀ ਆਪਾਂ ਨੈਕਸਟ ਪਾਰਟ ਦੇ ਵਿੱਚ ਲੈ ਕੇ ਚੱਲਾਂਗੇ, ਕਿਉਂਕਿ ਵੀਡੀਓ ਲੰਬੀ ਨਹੀਂ ਕਰਨੀ। ਸੋ ਲੈਟਸ ਗੈਟ ਇਨਟੂ ਦਾ ਵੀਡੀਓ। ਸਾਰਿਆਂ ਨਾਲ ਪਹਿਲਾਂ ਆਪਾਂ ਦੇਖਦੇ ਹਾਂ ਮੋਡਾਲਸ ਕਿਹਨੂੰ ਕਹਿੰਦੇ ਆ। ਠੀਕ ਆ, ਅੱਜ ਲਈ ਤੁਹਾਡੇ ਲਈ ਪ੍ਰੋਪਰ ਨੋਟਸ ਆਪਾਂ ਲੈ ਕੇ ਆਏ ਮੋਡਾਲਸ। ਦੇਖੋ ਮੋਡਾਲਸ ਦਾ ਮਤਲਬ ਕੀ ਹੈ, ਜੇ ਕੋਈ ਤੁਹਾਨੂੰ ਪੁੱਛੇ ਮੋਡਾਲ ਕੀ ਚੀਜ਼ ਆ, ਮੋਡਾਲ ਦੇਖੋ ਜ਼ਿਆਦਾਤਰ ਬੰਦੇ ਦਾ ਨਾ ਮੂਡ ਹੁੰਦਾ ਹੈ ਨਾ। ਮੋਡਾਲ ਦਾ ਮਤਲਬ ਆ ਮੂਡ, ਤੁਹਾਡਾ ਕੀ ਮੂਡ ਆ। ਠੀਕ ਹੈ, ਮੂਡ ਨੂੰ ਡਿਸਕ੍ਰਾਈਬ ਜਿੰਨੇ ਵੀ ਵਰਡ ਕਰਦੇ ਆ ਉਹਨੂੰ ਕਹਿੰਦੇ ਆ ਮੋਡਾਲਸ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਦਿਲ ਦੀ ਗੱਲ ਹੈ ਨਾ। ਜੇ ਕੋਈ ਬੰਦਾ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦਾ, ਲੈ ਇਹ ਆ ਲਓ ਵੀ, ਜੇ ਕੋਈ ਬੰਦਾ ਆਪਣੇ ਦਿਲ ਦੀ ਗੱਲ ਦੱਸਣਾ ਚਾਹੁੰਦਾ ਤਾਂ ਉਹ ਜਿਹੜੀ ਗੱਲ ਦੱਸੀ ਜਾਊਗੀ ਉਹ ਮੋਡਾਲ ਤੋਂ ਬਿਨਾਂ ਨਹੀਂ ਦੱਸੀ ਜਾਂਦੀ। ਇਹ ਚੀਜ਼ ਆਪਾਂ ਦਿਖਾਵਾਂਗੇ ਕਿਵੇਂ ਮੋਡਾਲ ਦਿਲ ਦੀ ਗੱਲ ਕਰਦੇ। ਦੇਖੋ ਮੋਡਾਲ ਦੇ ਵਿੱਚ ਕੀ ਆ ਜਾਂਦਾ, ਇੱਕ ਤਾਂ ਵੀ ਬੰਦਾ ਕੀ ਵਿਸ਼ ਕਰਦਾ ਵੀ ਮੈਂ ਵੱਡਾ ਹੋ ਕੇ ਪਾਇਲਟ ਬਣਾ, ਸਾਰਿਆਂ ਦਾ ਹੀ ਸੁਪਨਾ ਹੁੰਦਾ ਪਾਇਲਟ ਕਰਦੇ ਸੀ। ਆਈ ਵੋਂਟ ਟੂ ਬਿਕਮ ਏ, ਵੋਂਟ ਟੂ ਇੱਕ ਮੋਡਾਲ ਆ। ਠੀਕ ਆ, ਡਿਜ਼ਾਇਰ ਇੱਛਾ, ਆਈ ਵਿਸ਼ ਵੀ ਇੱਕ, ਵਿਸ਼ ਟੂ ਇਹ ਵੀ ਆਪਣੀ ਇੱਕ ਮੋਡਾਲ ਆ। ਪਰਮਿਸ਼ਨ ਲਵੋਗੇ ਤੁਸੀਂ, ਮੰਨ ਲਓ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਕੰਮ, ਮੇ ਆਈ ਕਮ ਇਨ ਸਰ ਪਰਮਿਸ਼ਨ, ਮੈਂ ਅੰਦਰ ਆਉਣਾ ਚਾਹੁੰਦਾ, ਤੁਹਾਡਾ ਮਨ ਕਰਦਾ ਵੈ ਨਾ ਅੰਦਰ ਆਉਣ ਦਾ, ਸੋ ਤੁਹਾਡੇ ਮਨ ਦੀ ਗੱਲ ਆ। ਠੀਕ ਆ, ਉਹਦੇ 'ਚ ਕੀ ਆ ਜੀ, ਪਰਮਿਸ਼ਨ, ਐਡਵਾਈਸ। ਜੇ ਕੋਈ ਤੁਹਾਨੂੰ ਸਲਾਹ ਦੇਵੇ ਜਾਂ ਤੁਸੀਂ ਸਲਾਹ ਦਿਓ, ਸ਼ੁੱਡ ਇੱਕ ਮੋਡਾਲ ਆ। ਦੈਨ ਤੁਹਾਡੀ ਕਪੈਸਿਟੀ, ਤੁਹਾਡੀ ਐਬਿਲਿਟੀ, ਤੁਸੀਂ ਉਹ ਚੀਜ਼ ਕਰ ਸਕਦੇ ਹੋ। ਆਈ ਕੈਨ ਸਪੀਕ ਇਨ ਇੰਗਲਿਸ਼, ਕੈਨ ਇੱਕ ਮੋਡਾਲ ਆ। ਠੀਕ ਆ, ਕੰਪਲਸ਼ਨ, ਕੋਈ ਚੀਜ਼ ਤੁਹਾਨੂੰ ਕਰਨੀ ਚਾਹੀਦੀ ਆ, ਮਸਟ। ਠੀਕ ਹੈ, ਰਿਸਪੋਂਸੀਬਿਲਿਟੀ, ਤੁਹਾਡੀ ਡਿਊਟੀ, ਮਸਟ ਕਹਿਣ ਦਾ ਮਤਲਬ ਆ ਜਿੰਨੀਆਂ ਵੀ ਚੀਜ਼ਾਂ ਵਾ, ਜਿਹੜੇ ਚੀਜ਼ ਕਰਨ ਨੂੰ ਤੁਹਾਡਾ ਮਨ ਕਰਦਾ, ਉਹ ਕਿਹੜੀ ਚੀਜ਼ ਤੋਂ ਬਿਨਾਂ ਨਹੀਂ ਪੂਰੀ ਹੋ ਸਕਦੀ, ਮੋਡਾਲ ਬਿਨਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ। ਤੁਹਾਨੂੰ ਹੋਰ ਐਗਜ਼ਾਮਪਲ ਦੇ ਕੇ ਸਮਝਾਉਣਾ। ਯੂ ਕੈਨ ਡਰਾਈਵ ਏ ਕਾਰ, ਤੁਸੀਂ ਕਾਰ ਡਰਾਈਵ ਕਰ ਸਕਦੇ ਹੋ, ਸਕਦੇ ਹੋ। ਠੀਕ ਆ, ਕੈਨ ਇੱਥੇ ਲੱਗਿਆ, ਕੈਨ ਇੱਕ ਮੋਡਾਲ ਆ। ਠੀਕ ਹੈ, ਤੁਸੀਂ ਕਰ ਸਕਦੇ ਹੋ ਕਿ ਐਬਿਲਿਟੀ ਆ। ਸੋ ਐਬਿਲਿਟੀ ਮੈਂ ਤੁਹਾਨੂੰ ਇੱਥੇ ਦੇਖਿਆ ਸੀ, ਦੇਖੋ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਐਬਿਲਿਟੀ ਆ। ਠੀਕ ਹੈ, ਇਹ ਹਲੇ ਐਗਜ਼ਾਮਪਲ ਆ, ਇਕੱਲੀ ਚੀਜ਼ ਆਪਾਂ ਕਰਾਂਗੇ। ਯੂ ਸ਼ੁੱਡ ਰਿਸਪੈਕਟ ਐਲਡਰਸ, ਤੁਹਾਨੂੰ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਇਹ ਇੱਕ ਐਡਵਾਈਸ ਆ। ਕਹਿਣ ਦਾ ਮਤਲਬ ਆ ਜਿੰਨੀਆਂ ਵੀ ਚੀਜ਼ਾਂ ਤੁਹਾਡੀ ਡਿਜ਼ਾਇਰ, ਤੁਹਾਡੀ ਵਿਸ਼, ਪਰਮਿਸ਼ਨ, ਐਡਵਾਈਸ, ਕਪੈਸਿਟੀ ਤੁਹਾਡੀ ਜਾਂ ਕੈਪੇਬਿਲਿਟੀ ਕਹਿ ਸਕਦੇ ਹੋ, ਐਬਿਲਿਟੀ ਹੋ ਗਈ, ਕੰਪਲਸ਼ਨ ਹੋ ਗਈ, ਰਿਸਪੋਂਸੀਬਿਲਿਟੀ, ਤੋਂ ਬਹੁਤ ਸਾਰੀਆਂ ਚੀਜ਼ਾਂ ਇਹਦੇ 'ਚ ਆਉਂਦੀਆਂ। ਜਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕਰਨੀ ਚਾਹੀਦੀ ਆ, ਜਾਂ ਤੁਸੀਂ ਕਿਸੇ ਅਗਲੇ ਬੰਦੇ ਨੂੰ ਸਲਾਹ ਦੇਣੀ ਆ, ਤੁਹਾਡੇ ਮਨ ਦੀ ਗੱਲ ਜਿਹੜੀ ਵੀ ਹੋਊਗੀ ਉਹ ਸਾਰੀ ਦੀ ਸਾਰੀ ਮੋਡਾਲਸ ਤੋਂ ਬਿਨਾਂ ਕੰਪਲੀਟ ਨਹੀਂ ਹੋਊਗੀ। ਸੋ ਮੋਡਾਲ ਇੱਕ ਤੁਸੀਂ ਕਹਿ ਸਕਦੇ ਹੋ ਮੂਡ, ਜਾਂ ਬੰਦੇ ਦੇ ਗੈਸਚਰਸ, ਜਾਂ ਬੰਦੇ ਦੇ ਹਾਵ ਭਾਵ। ਠੀਕ ਆ, ਇਹਨੂੰ ਤੁਸੀਂ ਆਪਣੇ ਮੋਡਾਲਸ ਤੋਂ ਬਿਨਾਂ ਨਹੀਂ ਦੱਸ ਸਕਦੇ। ਠੀਕ ਆ, ਕੱਲਾ ਮੋਡਾਲ ਕਰਾਂਗੇ ਬੜੇ ਹੀ ਅੱਛੇ ਤਰੀਕੇ ਨਾਲ, ਵਿਦ ਐਗਜ਼ਾਮਪਲਸ, ਕੱਲੀ ਚੀਜ਼ ਕਲੀਅਰ ਕਰਾਂਗੇ। ਚਲੋ, ਸੋ ਆਪਣੀ ਪਹਿਲੀ ਜਿਹੜੀ ਚੀਜ਼ ਆ, ਜਾਂ ਪਹਿਲਾਂ ਮੈਂ ਤੁਹਾਨੂੰ ਕਹਾਂ, ਪਹਿਲਾ ਜਿਹੜਾ ਆਪਣਾ ਮੋਡਾਲ ਆਉਂਦਾ ਵਾ ਮੇ। ਠੀਕ ਆ, ਮੈਂ ਦੱਸਿਆ ਵੀ ਅੱਜ ਮੇ। ਦੇਖੋ ਮੇ ਦਾ ਕੀ ਮਤਲਬ ਆ, ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿੰਨੇ ਵੀ ਮੋਡਾਲਸ ਨੇ ਮੈਂ ਇੱਥੇ ਲਿਖ ਦੇਵਾਂ, ਭਾਵੇਂ ਕੈਨ, ਕੁੱਡ, ਮੇ, ਜਿੰਨੇ ਵੀ, ਸਾਰਿਆਂ ਤੋਂ ਬਾਅਦ ਫਸਟ ਫੋਰਮ ਆਊਗੀ। ਇਹ ਚੀਜ਼ ਦਾ ਤੁਹਾਨੂੰ ਤੁਹਾਡੀ ਰੀਡਿੰਗ ਦੇ ਵਿੱਚ ਫਾਇਦਾ ਹੋਊਗਾ, ਦੱਸੂਗਾ ਕਿਵੇਂ। ਠੀਕ ਹੈ, ਇੱਕ ਯਾਦ ਰੱਖਣਾ, ਬਸ ਫਸਟ ਫੋਰਮ ਲੱਗਣੀ ਆ, ਇੰਨੀ ਕੁ ਯਾਦ ਰੱਖਣਾ।
ठीक है। मे का यूज़ किदों हुंदा, मे का यूज़ एक तो जो आप परमिशन लैनी हुंदी है ना, भी किसी तो आप कहने परमिशन लैनी हुंदी है ना, भी किसी तो आग्या लैने है ना, अनुमति कह देंगे हिंदी दे विच, अनुमति कह देंगे है ना, पंजाबी च आप कह दें भी आग्या लैनी हुंदी है, ठीक है। या फिर तुसी किसी नूं ब्लैसिंग्स देनी हुंदी आ, दुआ देनी हुंदी आ, आप पंजाबी च लिखते किसी नूं दुआ देनी आ, लै भी किसी वास्ते आप अरदास करते हैं, ठीक है। वो चीज़ आप ब्लैसिंग उन्होंने आप मे ना लिखते हैं, कैवें लिखांगे सारा कुछ लिखांगे। या पॉसिबिलिटी भी वो बंदा आउण दी जां जाण दी कोई पॉसिबिलिटी जी हुंदी आ, आशंका कह देंगे हिंदी जिन्हों भी लगता शायद उत्थे होवे ना होवे, ठीक है। इवें दियां चीज़ां जिन्नियां भी हुंदियां वो मे ना कैवें। पहला एग्जाम्पल देखो, इट मे बी रेन टूडे, शायद अज मीह आवे। जे कोई भी चीज़ तुसी शायद करके कहनी ना, भी थोनू जे लगता भी मान लो भी कोई बंदा मान लो भी थोनू आके घरों तुहानू पुछे भी हाँ भी तेरा भरा कित्थे आ, तुहानू पता नहीं वो कित्थे आ, तुहानू लगता पिया शायद वो बाजार होवे, ही मे बी इन द मार्केट, मतलब जिथे तुहानू पॉसिबिलिटी आ पॉसिबिलिटी वाला आ गया भी शायद अज मीह आ जाए, ठीक है। ही मे गो टूडे, शायद वो अज चला जाए, ये भी पॉसिबिलिटी आ, ठीक है। मतलब जदों थोनू लगे कोई चीज़, थोनू आशंका होवे किसी चीज़ की भी पूरा पक्का नहीं गा 100%, पर थोनू लगता पॉसिबिलिटी जी हैगी आ, तुसीं ला लो भी 40 तो 50% पॉसिबिलिटी जी आ, सो उस केस के विच जिहड़ा लगू उत्थे मे लगूगा। देखो जे मैं सीधा इत्थे मैं मे कट देवां, इट बी रेन टूडे, कोई मतलब नहीं बनता, कोई इट मे बी रेन टूडे, शायद अज मीह आ जाए। जिहड़ी भी चीज़ शायद ना बोलनी ना, तुसीं मे ही लाउणा। मान लो थोनू स्पीकिंग दे विच क्वेश्चनस आ गया भी मान लो थोनू फ्यूचर दे विच ओपरचुनिटी मिले साइंटिस्ट बनने की, कि तुसी वो चीज़ लाओगे या तुसी वो बनोगे, तो तुसी कहो हाँ शायद तक मैं बन नहीं सकता, सो उहदे वास्ते की लाउने आपां, यस मे बी लाउने ना शायद तक। सो क्वेश्चन आपां जिहड़े इंट्रो दे उन्होंने आपां मे नाल एवें डिस्क्राइब कर सकते हैं भी एवें दे क्वेश्चन जो आउंदे आ। होर एग्जाम्पल देखते हैं, इफ़ यू रन फास्ट, जे तू तेज़ भजेगा, यू मे रन द रेस, तो हैगी आई दी पॉसिबिलिटी भी तू जित जावे। इफ़ यू डू हार्ड वर्क, जे तुसी हार्ड वर्क करोगे, इफ़ यू प्रैक्टिस, जे तुसी प्रैक्टिस करोगे, यू मे स्पीक इंग्लिश, शायद तुसी इंग्लिश बोलना सीख जाओ, ठीक है। इफ़ यू वर्क हार्ड, यू मे पास इन द एग्जाम, तुसी एग्जाम दे विच पास हो जाओगे। सो एवें दे जिन्ने भी आ जिथे तुसी शायद लाना उत्थे तुसी हमेशा मे लाना, ठीक है। हुण ये तो सीगे अपने पॉसिबिलिटी वाले हो गए। होर जिहड़े मैं तुहानूं कहा ब्लैसिंग आप हमेशा सुनते हैं, मे आई कम इन, सॉरी ये परमिशन हो गई, मे आई कम इन सर, आप कहने ना सर की मैं अंदर आ जावां, ये एक अपनी ना फॉर्मल वे आ। फॉर्मल मे का मतलब आ अगले नूं एज ए रिस्पैक्ट दो, परमिशन का एक होर आओ मैं तुहानूं दसूँगा। फॉर्मल का मतलब आ अगले की आप इज्जत करते पे हाँ, तां उहनूं पुछदे पे हाँ मे आई कम इन सर, फॉर्मल का मतलब ना इज्जत देना, ठीक है। मे आई कम इन सर भी एक बड़े ही वधिया ढंग दे नाल, सोहणे ढंग दे नाल अगले नूं कोई चीज़ मंगनी, मे आई कम इन सर या मे आई आस्क द क्वेश्चन सर। सो जदों भी आपां किसी बंदे तो किसी भी चीज़ की परमिशन लैनी होवे, ठीक है। मान लो पानी पिया वा, थोड़े अगे पानी पे आ, थोड़े घरे प्राहुणे आए हुए आ, ते तुसी अगले नूं कहना मान लो भी ग्लास पाया पानी दे, ते तुसी मान लो पानी चुक्कण आए हो, कहना मतलब थोड़े घरे प्राहुणे आए हुए आ, ते तुसी की गिलास पे आ, तुसी गिलास चुकने आ, तुहानूं ये नहीं पता भी अगले दे अगे जिहड़ा गिलास पिया उन्हें पानी पीना वा या नहीं पीना, तुसी वो चुकने आ। सो तुसी आपां फिल्म्स भी देखते हैं, उवें भी करते हैं, आपां नॉर्मली देखते हैं मे आई, नाले उन्होंने इशारा जिहा करते भी मे आई, कहना मतलब कि मैं चुक सकदा, भी अगले तो आप परमिशन मंगते कि असीं चुक लीए। सो मे दा यूज़ होऊगा परमिशन लैण लई, मे आई कम इन सर, मे आई पिक द ग्लास सर, मे आई आस्क द क्वेश्चन सर, मतलब वधिया ढंग दे नाल यार अगले तो किसी को परमिशन मंगनी ना, ਉਹਦੇ वास्ते अपना जोड़ा आऊगा वो परमिशन वास्ते मे यूज़ होगा। सो परमिशन वाला हो गया, पॉसिबिलिटी आ गया। हुण ब्लैसिंग कैवें, मे यू लिव लॉन्ग, रब तेरियां लंबियां लंबियां उम्रां करे, मे गॉड ब्लैस यू, रब तेरे ते आपदी मेहर रखे, कहते ना मे गॉड ब्लैस यू, मे यू लिव लॉन्ग, ठीक है। मे ही रैसट इन पीस, भी रब ओदी आत्मा नूं शांति दे।
ओके। सो एवें दे जिहड़े वर्ड्स ने मे दा यूज़ तुहाडे सामने मैं तुहानूं प्रॉपर दसदा, ठीक है। मे दा मतलब तुसीं सिर्फ 3 तरीक़िਆਂ नाल लाउणा। एक तां जदों आपां शायद लाउणा होवे, मैं तुहानूं दस्सिआ मे आई मे इट ही मे कम टूडे, शायद वो अज आवे, ठीक है। सो एवें दे जिहड़े क्वेश्चन है अपने इंट्रो च आउंदे हुंदे आ, ठीक है। जिवें आ वाला हो गया ब्लैसिंग वास्ते लाउणा आपां, परमिशन वास्ते लाउणा आपां, ते जदों आपां नूं किसी चीज़ की पॉसिबिलिटी होवे उहदे वास्ते लाउणा। सो मे दा यूज़ आपां एवें करना। तो मे तो बाद हमेशा फर्स्ट फॉर्म आ देखो गो, रन, ठीक है। आई हुई चलो वो तो लगदे ही आ, ठीक है। हमेशा फर्स्ट फॉर्म आऊगी। सो इस तरीके नाल आपां मे दा यूज़ करना, ठीक है। सो ये सीगा मे दा कंसैप्ट। हुण अगला जिहड़ा कंसैप्ट आ अपना हुंदा वा कैन, ठीक है। अगला कंसैप्ट अपना आ गया कैन। भी कैन का की मतलब, कैन का मतलब आ देखो मैं थोड़ा एक थोड़ी जी चीज़ दसना। देखो की लिखा होया कैन, कैन वड्डे अखरां च लिखदे ने कैन। कित्थों शुरू होंदा कैन मतलब का तो शुरू होंदा ना। क दा मतलब आ थोड़ी कैपेबिलिटी। थोनों इत्थों आ चीज़ याद होनी चाहिए, कैपेबिलिटी, मेरी कैपेबिलिटी, ठीक है। थोड़ी काबलियत, तुसीं किन्ने काम के प्रति काबल हो, ठीक है। थोड़ी काबलियती, थोड़ी कैपेबिलिटी, थोड़ी काबलियत किन्ने डिफाइन करनी है कैन वर्ड ने। किवें करनी है लैट्स सी। देखो कैन का जिहड़ा यूज़ आ वो 2 तरीके नाल होऊगा। एक तो थोड़ी कैपेसिटी ला दी या कैपेबिलिटी ला दी, कैपेबिलिटी होना सी, कैपेसिटी गलत आ, ठीक है। या थोड़ी एबिलिटी। सो या फिर परमिशन। देखो परमिशन तुसीं कहोगे सर पिछले च भी परमिशन पर इहदे च भी परमिशन, बट फर्क आ उहदे च मैं लिखिआ सी परमिशन लैनी है फॉर्मल वे ना, मे आई कम इन सर मैं अंदर आ सकदा, भी बड़े ही वधिया ढंग दे नाल। पर जदों तुसीं परमिशन लैनी होए इनफॉर्मल, मान लो तुहाडे यार वेली पए बैठे आ, तुसीं उन्होंने कहना भी मैं फोन चक ਲਾਂ, तुसीं ये थोड़ी कहोगे मे आई नहीं कहूँगा आई कैन आई ਚੱਕ ਸਕਦਾ। जो ਕਹੂਗਾ ना फिर भी ਆਪਾਂ ਚੱਕਣਾ ही है। सो भी अगले ਦੀ भावें बेइज्जती करके कोई चीज़ करनी हो, भी भावें तू हाँ कह भावें ना कह, उस केस ਦੇ ਵਿੱਚ ਜੇ अगले ने नहीं कहता मे आई कम इन नहीं, तो ਆਪਾਂ नहीं आउंदे। बट इस केस ਦੇ ਵਿੱਚ परमिशन ਜਿਹੜੀ ਹੋਊਗੀ ਉਹ सिर्फ एक फॉर्मैलिटी होगी, कैन आई मतलब इनफॉर्मल वे ਦੇ ਨਾਲ अगले तो परमिशन मंगांगे, ठीक है। अगला ना भी कर दूंगा ਤਾਂ ਵੀ ਆਪਾਂ अंदर वड़ जाएंगे। हुण ਐਵੇਂ तो नहीं कह सकते कैन आई कम इन सर, अगला कहे हैं पुछण डिया कि दसन डिया। सो मे का मतलब आ पोलाइटली, कहने का मतलब आ आपदी काबलियत दिखाते हुए कोई चीज़ करनी, या परमिशन भी उवें मंगनी भी तू भावें ना कह मैं तो भी आऊँगा, ठीक है। उत्थे कैन यूज़ होंदा हुंदा किवें देखते हो। आई कैन ड्राइव ट्रक, मैं ट्रक ड्राइव कर सकदा हाँ, मतलब जिथे सकदा वर्ड यूज़ हो गया ना पिछे। मैं इंग्लिश बोल सकदा, आई कैन स्पीक इन इंग्लिश, आई कैन क्रैक माई आइल्स, आई कैन स्पीक फ्रेंच, आई कैन गो टू कैनेडा, ठीक है। जो मर्जी तुसी जिथे थोड़ी काबलियत हो, तुसी जिहड़ी चीज़ कर सकते हो उत्थे कैन आऊगा। सो कैन का यूज़ एक तो थोड़ी काबलियत वास्ते, थोड़ी कैपेबिलिटी वास्ते आऊगा, ठीक है। आई कैन ड्राइव, आई कैन स्पीक, आई कैन राइट, आई कैन फ्लाई, जो मर्जी लिखो, ठीक है। कैन, ठीक है। ये तो हो गया सिंपल वे देना। कैन यू सोल्व दिस प्रॉब्लम, ये अपनी कैपेसिटी उत्ते कैपेबिलिटी चैक कर लेंगे। कैन यू सोल्व, अगले ने कहा भी की तू कर सकदा है, की तू ये क्वेश्चन सोल्व कर सकदा है। सो कैन जदों तुसी अगले नूं पुछना होवे की तू आ कर सकदा, भी अगले दी कैपेबिलिटी चैक करनी होवे, कैन अगे लग जूगा। उस तो बाद सारा सेंटेंस पिछे ते क्वेश्चन मार्क, ठीक है। थोनू की पता थोड़ा एग्जामिनर आ वो थोनू पुछ लवे कोई ना कोई इंट्रो च क्वेश्चन पुछ लवे कैन यू सिंग ए सॉन्ग, की तू गाना गा सकदा। तुसी जे तुसी कहोगे हाँ मैं गा सकदा, यस आई कैन। सो वो हुंदा वा थोड़ी काबलियत जानने की कोशिश करूँगा उदों तुसी कैन लाउणा। जे तुसी नहीं कर सकते, अगले जे उन्होंने पूछा कैन यू स्पीक इन इंग्लिश, यू तुसी कह सकते आई कैन नॉट, मैं नहीं कर सकता। सो कहने का मतलब सारा कंसैप्ट होगा, पिछे नोट लग जूगा, बाकी सारिया चीज़ां उवें। जिहड़ी चीज़ तुसी नहीं कर सकते हो, आई कैन नॉट डू दिस, आई कैन नॉट ड्राइव, आई कैन नॉट बॉट, या किसी भी आई कैन नॉट स्विम, स्विम नहीं कर सकता। आई कैन नॉट राइट इन फ्रेंच लैंगुएज, मैनू नहीं आती। मतलब थोड़ी जिहड़ी चीज़ काबलियत नहीं गई उत्थे कैन नॉट लग जूगा, ठीक है। इस तरीके दे नाल हुण इत्थे परमिशन वाली मैं तुहानूं कहा सी भी परमिशन जिहड़ी इनफॉर्मल च होवे तुसीं कुछ भी ला सकते हो, ठीक है। मान लो तुहाडे फ्रेंड आए हुए आ, उस वे दे नाल तुहानूं पुछण, तुसीं लिखना तो एवें ही आ भी परमिशन तुसीं मंग सकते हो भी कैन आई पिक योर फोन। अगला जे ना भी कवे कोई दिक्कत नहीं, कैन आई पिक योर फोन
ਮਾਈ ਫਰੈਂਡ ਕਿ ਠੀਕ ਹੈ। ਇਹ ਸਿਰਫ ਇਨਫੋਰਮਲ ਹੁੰਦਾ, ਜਿਹੜਾ ਇਹ ਵਾਲਾ ਵੇ ਹੁੰਦਾ ਇਨਫੋਰਮਲ ਹੁੰਦਾ ਜਦੋਂ ਇਹਦੇ 'ਚ ਪਰਮਿਸ਼ਨ ਮੰਗਦੇ। ਸੋ ਤੁਹਾਨੂੰ ਡਿਫਰੈਂਸ ਆ ਗਿਆ ਹੁਣ। ਮੇ ਦੇ ਕੇਸ ਦੇ ਵਿੱਚ ਇਹ ਫੋਰਮਲ ਆ, ਜਦੋਂ ਅਗਲੇ ਨੂੰ ਆਪਾਂ ਮਤਲਬ ਪੋਲਾਈਟਲੀ ਮੰਨਦੇ ਹਾਂ, ਅਗਲੇ ਦੀ ਗੱਲ ਮੰਨਦੇ ਹਾਂ ਉਹਦੇ ਤੋਂ। ਅਤੇ ਇਹ ਇੱਕ ਬੇਇੱਜ਼ਤੀ ਵਾਲਾ ਸੀਨ ਹੁੰਦਾ ਵਾ ਵੀ ਅਗਲਾ ਨਾ ਕਵੇ ਹਾਂ ਕਵੇ, ਅਸੀਂ ਤਾਂ ਉਹ ਕੰਮ ਕਰਾਂਗੇ। ਸੋ ਕੈਨ ਤੁਹਾਡਾ ਜਿਹੜਾ ਵਾ ਉਹ ਬੜੇ ਹੀ ਯੂਜ਼ ਹੁੰਦਾ ਵਾ ਆਪਣੇ ਟਾਸਕ 1 ਗਈ ਹੈ ਨਾ, ਸਪੀਕਿੰਗ ਦੇ ਪਾਰਟ 1 ਦੇ ਵਿੱਚ, ਇੰਟਰੋ ਦੇ ਵਿੱਚ। ਠੀਕ ਆ ਵੀ ਕੁਛ ਵੀ ਆ ਸਕਦਾ। ਠੀਕ ਹੈ, ਕੈਨ ਯੂ ਸਿੰਗ ਏ ਸੌਂਗ, ਕੈਨ ਯੂ ਲਿਸਨ ਟੂ ਦਾ ਫੋਰਨ ਮਿਊਜ਼ਿਕ, ਕੀ ਤੁਸੀਂ ਕਰ ਸਕਦੇ ਹੋ। ਠੀਕ ਹੈ, ਤੁਸੀਂ ਖੇਡ ਸਕਦੇ ਹੋ, ਕੈਨ ਯੂ ਪਲੇ ਕ੍ਰਿਕਟ। ਕਿਸੇ ਵੀ ਤਰੀਕੇ ਦਾ ਕੋਈ ਵੀ ਕੁਐਸਚਨ ਕੈਨ ਦੇ ਵਿੱਚ ਆਵੇ, ਤੁਸੀਂ ਉਹ ਚੀਜ਼ ਕਹੋਗੇ ਯੈਸ ਆਈ ਕੈਨ ਨੋਟ ਜਾਂ ਦਿਸ ਵੇ। ਸੋ ਕੈਨ ਦਾ ਯੂਜ਼ ਤੁਸੀਂ ਇਸ ਤਰੀਕੇ ਨਾਲ ਕਰਨਾ ਵਾ। ਤੁਹਾਡੀ ਕੈਪੈਸਿਟੀ, ਤੁਹਾਡੀ ਕੈਪੇਬਿਲਿਟੀ, ਤੁਹਾਡੀ ਐਬਿਲਿਟੀ ਨੂੰ ਜਿਹੜੀ ਚੀਜ਼ ਤੁਸੀਂ ਕਰ ਸਕਦੇ ਹੋ ਉੱਥੇ ਕੈਨ। ਆਈ ਕੈਨ ਕਰੈਕ ਦਾ ਆਇਲਸ, ਆਈ ਕੈਨ ਸਪੀਕ ਇਨ ਇੰਗਲਿਸ਼। ਸੋ ਦਿਸ ਇਜ਼ ਆਈ ਕੈਨ। ਸਨ ਵਧੀਆ ਵਰਡ, ਜਿਹੜਾ ਸੋਹਣਾ ਵਧੀਆ ਵਰਡ ਹੁੰਦਾ ਜਿੱਥੇ ਤੁਸੀਂ ਮੰਨਦੇ ਹੋ। ਦੈਨ ਆਪਣਾ ਅਗਲੀ ਚੀਜ਼ ਆਉਂਦੀ ਆ ਆਪਣੀ ਨੈਕਸਟ ਕੰਸੈਪਟ ਇਜ਼ ਕੁਡ। ਦੇਖੋ ਕੁਡ ਕੀ ਆ, ਪਾਸਟ ਆਫ ਕੈਨ। ਕੁਡ ਦਾ ਤੁਹਾਨੂੰ ਸਿੱਧਾ ਮਤਲਬ ਪਤਾ ਵਾ ਵੀ ਕੁਡ ਉੱਥੇ ਲੱਗੂਗਾ ਪ੍ਰੈਜ਼ੈਂਟ 'ਚ ਤਾਂ ਕੈਨ ਹੁੰਦਾ, ਪਾਸਟ ਦੇ ਵਿੱਚ ਤੁਹਾਡਾ ਹੋ ਜਾਂਦਾ ਵਾ ਕੁਡ। ਬਟ ਇਹਦਾ ਵੀ ਯੂਜ਼ ਦੋ ਤਰੀਕੇ ਨਾਲ ਹੁੰਦਾ, ਪੋਲਾਈਟ ਰਿਕੁਐਸਟ ਅਤੇ ਐਬਿਲਿਟੀ ਇਨ ਦਾ ਪਾਸਟ ਦੀ। ਹੁਣ ਉਹ ਪ੍ਰੈਜ਼ੈਂਟ ਦੀ ਐਬਿਲਿਟੀ ਸੀ ਕੈਨ, ਅਤੇ ਇਹ ਹੈਗੀ ਹੈ ਪਾਸਟ ਦੀ। ਹੁਣ ਪੋਲਾਈਟ ਰਿਕੁਐਸਟ ਦਾ ਕੀ ਮਤਲਬ ਆ? ਪੋਲਾਈਟ ਰਿਕੁਐਸਟ ਦਾ ਇਹ ਮਤਲਬ ਆ ਜਦੋਂ ਤੁਸੀਂ ਕਿਸੇ ਨੂੰ ਪੋਲਾਈਟਲੀ ਕੋਈ ਰਿਕੁਐਸਟ ਕਰਨੀ ਹੋਵੇ। ਮੰਨ ਲਓ ਤੁਸੀਂ ਪਾਣੀ ਦਾ ਗਲਾਸ ਮੰਗਣਾ ਕਿਸੇ ਤੋਂ, ਪਾਣੀ ਦਾ ਗਲਾਸ ਮੰਗਣਾ, ਅਗਲੇ ਨੂੰ ਕਹਿਣਾ ਕਿਸੇ ਘਰੇ ਗਏ ਅਤੇ ਤੁਸੀਂ ਕਹਿਣਾ ਵੀ ਯਾਰ ਪਾਣੀ ਪਿਆ ਦੇ। ਕੁਡ ਯੂ ਗਿਵ ਮੀ ਅ ਗਲਾਸ ਆਫ ਵਾਟਰ, ਕੁਡ ਯੂ ਗਿਵ ਮੀ ਅ ਗਲਾਸ ਆਫ ਵਾਟਰ। ਕੁਡ ਵਰਡ ਆ ਇੱਕ ਬੜਾ ਹੀ ਪਿਆਰਾ ਵਰਡ ਆ ਕੁਡ। ਕਿਸੇ ਨੂੰ ਕੋਈ ਵੀ ਕੁਡ ਯੂ ਪਲੀਜ਼ ਕਲੋਜ਼ ਦਾ ਡੋਰ, ਕੁਡ ਯੂ ਪਲੀਜ਼ ਓਪਨ ਦਾ ਡੋਰ। ਕੁਡ ਇੱਕ ਬੜਾ ਹੀ ਫੋਰਮਲ ਜਿਹਾ ਵਰਡ ਆ ਜਿਹੜਾ ਅਗਲੇ ਦੀ ਐਜ਼ ਏ ਇੱਜ਼ਤ ਸ਼ੋਅ ਕਰਦਾ ਤੁਹਾਨੂੰ। ਜਦੋਂ ਕੋਈ ਚੀਜ਼ ਤੁਸੀਂ ਮੰਗਣੀ ਆ ਕਿਸੇ ਤੋਂ, ਕੋਈ ਚੀਜ਼ ਮੰਗਣੀ ਆ। ਹੁਣ ਮੰਨ ਲਓ ਤੁਸੀਂ ਗੁਆਂਢੀਆਂ ਦੇ ਘਰੋਂ ਆਟਾ ਲੈਣ ਜਾਣਾ, ਠੀਕ ਆ, ਅਗਲੇ ਨੂੰ ਹੁਣ ਮੰਗਣੀ ਆ ਤੁਸੀਂ ਉਹ ਚੀਜ਼। ਤੁਸੀਂ ਆਟੇ ਨੂੰ ਕੀ ਕਹਿੰਦੇ ਆ? ਫਲੋਰ, ਹੈ ਨਾ। ਤੁਸੀਂ ਆਟਾ ਲੈਣ ਜਾਣਾ, ਮੰਨ ਲਓ ਤੁਸੀਂ ਗੁਆਂਢੀਆਂ ਦੇ ਘਰੋਂ ਕੁਰਸੀਆਂ ਲੈਣ ਜਾਣੀਆਂ, ਪ੍ਰਾਹੁਣੇ ਆ ਗਏ, ਜ਼ਿਆਦਾ ਪ੍ਰਾਹੁਣੇ ਆ ਗਏ, ਹੁਣ ਕੁਰਸੀਆਂ ਤਾਂ ਲਿਆਉਣੀਆਂ ਪੈਣੀਆਂ। ਸੋ ਅਗਲੇ ਨੂੰ ਧੱਕੇ ਨਾਲ ਤਾਂ ਕਹਿ ਨਹੀਂ ਸਕਦੇ ਲਿਆ ਵੀ ਕੁਰਸੀ ਫੜਾ। ਸੋ ਕੁਡ ਯੂ ਪਲੀਜ਼ ਗਿਵ ਮੀ ਦ ਚੇਅਰਸ। ਤੁਸੀਂ ਉਹਨੂੰ ਕਹਾਂਗੇ ਕੁਡ ਯੂ ਪਲੀਜ਼ ਗਿਵ ਮੀ ਦ ਚੇਅਰਸ। ਸੋ ਆਪਾਂ ਉਹਨਾਂ ਤੋਂ ਐਵੇਂ ਪਿਆਰ ਨਾਲ ਮੰਗਾਂਗੇ, ਧੱਕੇ ਨਾਲ ਨਹੀਂ ਕਹਿਣਾ। ਠੀਕ ਆ, ਐਵੇਂ ਨਾ ਕਹਿਣ ਲੱਗ ਜਾਓ ਕੈਨ ਆਈ ਟੇਕ ਦਿਸ ਚੇਅਰਸ, ਵੀ ਮੈਂ ਚੱਕ ਕੇ ਲੈ ਜਾ। ਅਗਲਾ ਕਹੇ ਨਹੀਂ ਮੈਂ ਤਾਂ ਲੈ ਕੇ ਜਾਊਂਗਾ। ਸੋ ਉਹ ਚੀਜ਼ ਗਲਤ ਹੋ ਜਾਊਗੀ। ਕੁਡ ਵਰਡ ਲੱਗੂਗਾ ਕੁਡ ਯੂ ਗਿਵ ਮੀ ਅ ਗਲਾਸ ਆਫ ਵਾਟਰ, ਕੁਡ ਯੂ ਪਲੀਜ਼ ਓਪਨ ਦਾ ਡੋਰ, ਜਾਂ ਫਿਰ ਕੁਡ ਯੂ ਗਿਵ ਮੀ ਯੋਰ ਬੁੱਕ। ਪਲੀਜ਼ ਤੁਸੀਂ ਮੈਨੂੰ ਆਪਣੀ ਬੁੱਕ ਦੇ ਸਕਦੇ ਹੋ? ਕੀ ਤੁਸੀਂ ਆਪਣੀ ਬੁੱਕ ਦੇ ਸਕਦੇ ਹੋ? ਕੀ ਤੁਸੀਂ ਡੋਰ ਬੰਦ ਕਰ ਸਕਦੇ ਹੋ? ਕੀ ਤੁਸੀਂ ਗੁਆਂਢੀਓ ਸਾਨੂੰ ਆਪਣੀਆਂ ਚੇਅਰਸ ਦੇ ਸਕਦੇ ਹੋ? ਸੋ ਦਿਸ ਇਜ਼ ਦ ਯੂਜ਼ ਆਫ ਕੁਡ ਨੂੰ ਬੜੇ ਹੀ ਢੰਗ ਨਾਲ, ਸੋਹਣੇ ਢੰਗ ਦੇ ਨਾਲ ਕਿਸੇ ਤੋਂ ਕੋਈ ਚੀਜ਼ ਮੰਗਣੀ। ਬਾਅਦ ਨੂੰ ਭਾਵੇਂ ਜੋ ਮਰਜ਼ੀ ਕਰੀ ਜਾਓ, ਇੱਕ ਵਾਰੀ ਕੁਡ ਜਿਹਾ ਕਹਿ ਕੇ ਲੈ ਲਓ। ਠੀਕ ਆ, ਬਾਅਦ ਨੂੰ ਭਾਵੇਂ ਦਿਓ ਭਾਵੇਂ ਨਾ ਦਿਓ। ਓਕੇ, ਕੁਡ ਯੂ ਗਿਵ ਮੀ ਦ 100 ਰੁਪੀਜ਼, ਬਾਈ ਨੂੰ ਨਾ ਮੋੜੋ, ਇੱਕ ਵਾਰੀ ਕੁਡ ਕਹਿ ਕੇ ਮੰਗ ਲਓ। ਠੀਕ ਹੈ। ਦੈਨ ਐਬਿਲਿਟੀ ਇਨ ਦਾ ਪਾਸਟ, ਤੁਹਾਡੀ ਪਾਸਟ ਦੀ ਐਬਿਲਿਟੀ, ਜਿਹੜੀ ਚੀਜ਼ ਤੁਸੀਂ ਪਾਸਟ 'ਚ ਕਰਦੇ ਹੁੰਦੇ ਸੀ। ਕੈਨ ਦਾ ਮਤਲਬ ਆ ਕੈਨ ਦੇ ਵਿੱਚ ਆਪਾਂ ਐਬਿਲਿਟੀ ਉਹਦੀ ਪ੍ਰੈਜ਼ੈਂਟ ਦੀ ਸੀ। ਸੋ ਕੈਨ ਉਹਦਾ ਪਾਸਟ ਦਾ ਕੀ ਆ? ਕੈਨ ਕੀ ਆ ਪਾਸਟ ਦਾ? ਕੁਡ ਤਾਂ ਪਾਸਟ 'ਚ ਹੋ ਗਿਆ। ਸੋ ਇਹਨੂੰ ਆਪਾਂ ਕਿਵੇਂ ਮੰਗਣਾ, ਜੇ ਕਹਿਣਾ ਵਾ ਵੈਨ ਆਈ ਵਾਜ਼ ਯੰਗਰ, ਜਦੋਂ ਮੈਂ ਜਵਾਨ ਹੁੰਦਾ ਸੀ। ਆਈ ਕੁਡ ਰਨ 3 ਕਿਲੋਮੀਟਰ, ਮੈਂ 3 ਕਿਲੋਮੀਟਰ ਭੱਜ ਜਾਂਦਾ। ਹੁਣ ਆਪਣੇ ਜਿਹੜੇ ਪੇਰੈਂਟਸ ਆ, ਠੀਕ ਆ, ਮੰਨ ਲਓ ਕੋਈ ਚੀਜ਼ ਆ, ਸਿਲੰਡਰ ਆਪਣੇ ਕੋਲ ਨਾ ਚੁੱਕਿਆ ਗਿਆ, ਤਾਂ ਆਪਦੀਆਂ ਕਹਾਣੀਆਂ ਨਹੀਂ ਸੁਣਾਉਣ ਲੱਗ ਪੈਂਦੇ। ਅਸੀਂ ਜਦੋਂ ਤੁਹਾਡੀ ਉਮਰ ਦੇ ਹੁੰਦੇ ਸੀ ਨਾ, ਪਤਾ ਨਹੀਂ 2 ਸਿਲੰਡਰ ਇਕੱਠੇ ਚੱਕ ਲੈਂਦੇ ਸੀ। ਸੋ ਉਹੀ ਚੀਜ਼ ਵੈਨ ਆਈ ਵਾਜ਼ ਯੰਗਰ ਆਈ ਕੁਡ, ਉੱਥੇ ਕੁਡ ਲੱਗੂ। ਜਦੋਂ ਪਾਸਟ ਦੀ ਐਬਿਲਿਟੀ ਉਹਦਾ ਮਤਲਬ ਉਹ ਆ ਵੀ ਆਪਣੇ ਜਿਹੜੇ ਪੇਰੈਂਟਸ ਆ ਉਹ ਕੁਡ ਦਾ ਯੂਜ਼ ਕਰਨਗੇ ਜੇ ਇੰਗਲਿਸ਼ 'ਚ ਬੋਲਣਗੇ। ਆਈ ਕੁਡ, ਮੈਂ ਕਰ ਸਕਦਾ ਸੀ। ਆਈ ਕੁਡ ਪਿਕ 2 ਸਿਲੰਡਰਸ ਇਨ ਅ ਸੇਮ ਟਾਈਮ, ਮੈਂ 2 ਸਿਲੰਡਰ ਇੱਕ ਹੀ ਵਾਰੀ ਚੁੱਕ ਲੈਂਦਾ ਸੀ। ਠੀਕ ਆ, ਜਦੋਂ ਆਪਾਂ ਮੰਨ ਲਓ ਕੋਈ ਵੀ ਕੰਮ ਕਰਨਾ, ਜਦੋਂ ਮੰਨ ਲਓ ਆਪਾਂ ਹੁਣ ਨਹੀਂ ਸਵੇਰੇ ਜਲਦੀ ਉੱਠਦੇ, ਉਹ ਕਹਿੰਦੇ ਸੀ ਜਦੋਂ ਤੁਹਾਡੀ ਉਮਰ ਦੇ ਹੁੰਦੇ ਸੀ ਅਸੀਂ ਇਸ ਟਾਈਮ ਸਾਰੇ ਕੰਮ ਮੁਕਾ ਲੈਂਦੇ ਹੁੰਦੇ ਸੀ। ਵੈਨ ਵੀ ਵਰ ਯੰਗ, ਜਦੋਂ ਅਸੀਂ ਜਵਾਨ ਹੁੰਦੇ ਸੀ। ਵੀ ਕੁਡ ਫਿਨਿਸ਼
all the works till 7 o'clock। ਸਵੇਰੇ ਉੱਠਣ 'ਤੇ ਅਸੀਂ ਇਹ ਖਾਂਦੇ ਹੁੰਦੇ ਸੀ, ਅਸੀਂ ਸਵੇਰੇ ਅਸੀਂ ਭਰ ਕੇ ਕੋਲੀ ਆਪਣੇ ਘਿਓ ਦੀ ਖਾਂਦੇ ਹੁੰਦੇ ਸੀ। ਵੀ ਕੁਡ ਈਟ, ਠੀਕ ਆ, ਵੀ ਕੁਡ, ਜਿੱਥੇ ਪਾਸਟ ਦੀ ਗੱਲ ਆਪਦੀ ਕਪੈਸਿਟੀ ਅਗਲੇ ਦੱਸਦੇ ਆ, ਕੈਪੇਬਿਲਿਟੀ ਦੱਸਦੇ ਆ, ਉੱਥੇ ਕੁਡ। ਸੋ ਜਦੋਂ ਵੀ ਤੁਹਾਨੂੰ ਤੁਹਾਡੇ ਪੇਰੈਂਟਸ ਐਵੇਂ ਦੀ ਕੋਈ ਚੀਜ਼ ਕਹਿਣ, ਅਸੀਂ ਜਦੋਂ ਜਵਾਨ ਹੁੰਦੇ ਸੀ ਐਵੇਂ ਕਰਦੇ ਹੁੰਦੇ ਸੀ, ਤੁਸੀਂ ਉਹਨਾਂ ਨੂੰ ਉੱਥੇ ਕਹਿ ਦੇਣਾ ਕੁਡ, ਠੀਕ ਆ। ਅਗਲਿਆਂ ਨੂੰ ਸਮਝ ਲੱਗੇ ਭਾਵੇਂ ਨਾ ਲੱਗੇ, ਬਸ ਤੁਸੀਂ ਚੁੱਪ ਕਰਕੇ ਕਹਿ ਦੇਣਾ ਕੁਡ, ਠੀਕ ਆ। ਤੁਹਾਨੂੰ ਸਮਝ ਲੱਗਣੀ ਜ਼ਰੂਰੀ ਆ, ਹਾਂ ਵੀ ਇੱਥੇ ਕੁਡ ਆਉਣਾ, ਠੀਕ ਆ। ਸੋ ਕੁਡ ਦਾ ਯੂਜ਼ ਤੁਸੀਂ ਦੋ ਤਰੀਕੇ ਨਾਲ ਕਰਨਾ ਵਾ। ਇੱਕ ਤਾਂ ਕਿਸੇ ਤੋਂ ਕੋਈ ਚੀਜ਼ ਮਿਹਨਤ ਨਾ ਕਰਕੇ ਮੰਗਣੀ ਹੋਵੇ, ਕੁਡ ਯੂ ਗਿਵ ਮੀ ਦਾ ਚੇਅਰਸ ਗਵਾਂਢੀਓ। ਅਤੇ ਇੱਕ ਜਿਹੜੀ ਚੀਜ਼ ਅਸੀਂ ਪਹਿਲਾਂ ਐਂ ਕਰਦੇ ਹੁੰਦੇ ਸੀ, ਅਸੀਂ ਉਹ ਕਰਦੇ ਹੁੰਦੇ ਸੀ, ਵੀ ਕੁਡ ਪਿਕ the 2 cylinders, we could this। ਸੋ ਇਸ ਤਰੀਕੇ ਨਾਲ ਤੁਸੀਂ ਆਪਣਾ ਕੁਡ ਦਾ ਯੂਜ਼ ਕਰ ਸਕਦੇ ਹੋ। ਮੈਨੂੰ ਲੱਗਦਾ ਬੜੇ ਅੱਛੇ ਤਰੀਕੇ ਨਾਲ ਐਗਜ਼ਾਮਪਲ ਦੇ ਤੇ ਮੈਂ ਵਧੀਆ ਸਮਝ ਲੱਗ ਗਿਆ ਹੁਣ। ਸੋ ਦਿਸ ਇਜ਼ ਦਾ ਯੂਜ਼ ਆਫ ਕੁਡ, ਓਕੇ। ਦੈਨ ਨੈਕਸਟ ਇਜ਼ ਦ ਯੂਜ਼ ਆਫ ਸ਼ੁੱਡ ਐਂਡ ਮਸਟ। ਇਹ ਵੀ ਦੋ ਬੜੇ ਪਿਆਰੇ ਵਰਡ ਆ, ਸ਼ੁੱਡ ਅਤੇ ਮਸਟ। ਇਹ ਬਹੁਤ ਜ਼ਿਆਦਾ ਯੂਜ਼ ਹੁੰਦੇ ਆ। ਦੇਖੋ, ਸ਼ੁੱਡ ਦਾ ਮਤਲਬ ਹੁੰਦਾ ਵੀ ਤੈਨੂੰ ਉਹ ਚੀਜ਼ ਕਰਨੀ ਚਾਹੀਦੀ ਆ, ਚਾਹੀਏ, ਹਿੰਦੀ 'ਚ ਮੈਂ ਲਿਖਦਾ ਚਾਹੀਏ, ਐਡਵਾਈਸ, ਠੀਕ ਆ। ਮੰਨ ਲਓ ਕੋਈ ਕੰਮ ਸ਼ੁਰੂ ਕਰਨਾ ਆਪਾਂ, ਹੈ ਨਾ, ਮੰਨ ਲਓ ਆਪਾਂ ਬਾਹਰ ਜਾਣਾ, ਆਪਣੇ ਬੈਂਡਸ ਆ ਗਏ, ਬੈਂਡ, ਚਲੋ ਆਪਾਂ ਜਦੋਂ ਆਪਾਂ ਇੰਸਟੀਚਿਊਟ ਜੁਆਇਨ ਕਰਨਾ ਹੁੰਦਾ, ਬੜੇ ਸਲਾਹ ਦੇ ਨਾਲ ਇੰਝ ਕਰ ਤੂੰ ਆਹ ਜੁਆਇਨ ਕਰ ਲੈ, ਇੰਝ ਕਰ ਤੂੰ ਆਹ ਜੁਆਇਨ ਕਰ ਲਾ, ਇੰਝ ਕਰ ਤੂੰ ਆਹ ਜੁਆਇਨ ਕਰ ਲਾ, ਬੜੇ 50-60 ਜਣੇ ਆ ਜਾਣਗੇ ਸਲਾਹ ਦੇਣ ਵਾਲੇ। ਅਤੇ ਉਹ ਕੀ ਕਰਦੇ ਆ, ਉਹ ਨਾ ਤੁਹਾਨੂੰ ਸ਼ੁੱਡ ਦਿੰਦੇ ਹੁੰਦੇ ਆ। ਸਲਾਹ ਦਾ ਮਤਲਬ ਤੁਹਾਨੂੰ ਸ਼ੁੱਡ ਦਿੰਦੇ ਹੁੰਦੇ ਆ ਉਸ ਟਾਈਮ। ਉਹ ਇੰਝ ਕਰ ਤੂੰ ਜੁਆਇਨ ਕਰ ਲਾ ਦੀ ਵਾਈਬ ਜਿਹੜਾ ਇੰਸਟੀਟਿਊਟ ਆ ਉਹਨੂੰ ਜੁਆਇਨ ਕਰ ਲਾ। ਆਈ ਥਿੰਕ ਯੂ ਸ਼ੁੱਡ ਜੁਆਇਨ ਦੀ ਵਾਈਬ ਆਇਲਸ। ਤੈਨੂੰ ਦੀ ਵਾਈਬ ਨੂੰ ਜੁਆਇਨ ਕਰਨਾ। ਚਲੋ ਆ ਗਏ ਬੈਂਡ, ਆ ਗਏ ਵਧੀਆ ਬੈਂਡ ਆ ਗਏ ਜੀ, 7 ਬੈਂਡ ਆ ਗਏ, ਚਲੋ ਬਹੁਤ ਵਧੀਆ ਗੱਲ ਆ, 7 ਬੈਂਡ ਆ ਗਏ। ਅਤੇ ਹੁਣ ਕੀ ਆ, ਹੁਣ ਆਪਾਂ ਫਾਈਲ ਲਵਾਉਣੀ ਆ। ਇੰਝ ਕਰ ਤੂੰ ਚੰਡੀਗੜ੍ਹ ਤੋਂ ਕਿਸੇ ਤੋਂ ਸਲਾਹ ਲੈ ਲਾ, ਜਾਂ ਚੰਡੀਗੜ੍ਹ ਜਾ ਕੇ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਕੋਲ ਕਰਵਾ ਲਾ। ਇੰਝ ਕਰ ਤੂੰ ਵੀਨੇ ਹੈਰੀ ਕੋਲ ਚੱਲ ਜਾ, ਵੀਨੇ ਹੈਰੀ ਕੋਲ ਜਾਣਾ ਚਾਹੀਦਾ ਤੈਨੂੰ। ਯੂ ਸ਼ੁੱਡ ਗੋ ਟੂ ਵੀਨੇ ਹੈਰੀ। ਯੂ ਸ਼ੁੱਡ ਕਹਿਣਾ ਮਤਲਬ ਜਦੋਂ ਕੋਈ ਚੀਜ਼ ਬੰਦਾ ਤੁਹਾਨੂੰ ਸਲਾਹਾਂ ਦਿੰਦਾ ਨਾ, ਸਲਾਹਾਂ ਵਾਲੇ ਬਹੁਤ ਹੁੰਦੇ ਆ। ਜਦੋਂ ਵੀ ਕੋਈ ਚੀਜ਼ ਤੁਹਾਨੂੰ ਸਲਾਹ ਦੇਵੇ ਬੰਦਾ ਕਹੇ, ਅਗਲਾ ਜਦੋਂ ਤੈਨੂੰ ਇੰਝ ਕਰ ਤੂੰ ਐਂ ਕਰ ਲਾ, ਯੂ ਸ਼ੁੱਡ, ਉੱਥੇ ਉਹਨੂੰ ਸ਼ੁੱਡ ਕਹਿ ਦਿਓ। ਕਹਿੰਦਾ ਮਤਲਬ ਜਦੋਂ ਕੋਈ ਬੰਦਾ ਤੁਹਾਨੂੰ ਸਲਾਹ ਦੇਵੇ ਉੱਥੇ ਵਰਡ ਆਉਂਦਾ ਸ਼ੁੱਡ। ਜਿਵੇਂ ਕਿ ਤੈਨੂੰ ਸਕੂਲ ਜਾਣਾ ਚਾਹੀਦਾ, ਯੂ ਸ਼ੁੱਡ ਗੋ ਟੂ ਸਕੂਲ, ਯੂ ਸ਼ੁੱਡ ਗੋ ਟੂ ਸਕੂਲ। ਆਪਾਂ ਨੂੰ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਯੂ ਸ਼ੁੱਡ ਰਿਸਪੈਕਟ ਐਲਡਰਸ। ਤੈਨੂੰ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਠੀਕ ਆ। ਮੰਨ ਲਓ ਇਹੀ ਚੀਜ਼ ਆ, ਜੇ ਆਪਾਂ ਕਹਿ ਦਈਏ ਵੀ ਆਪਾਂ ਕਿਸੇ ਨੂੰ ਕਹਿਣਾ ਹੋਵੇ ਵੀ ਮੈਨੂੰ ਲੱਗਦਾ ਹੁਣ ਮੈਂ ਜਾਣਾ ਚਾਹੀਦਾ। ਮੰਨ ਲਓ ਆਪਾਂ ਨੂੰ ਪਾਰਟੀ ਕਰਦੇ ਪਏ, ਆਪਾਂ ਬਹੁਤ ਹਨੇਰਾ ਹੋ ਗਿਆ, 12 ਵੱਜ ਗਏ, ਘਰੋਂ ਫੋਨ 'ਤੇ ਫੋਨ ਆਈ ਜਾਂਦੇ ਆ, ਫਿਰ ਮੰਮੀ ਦੇ ਫੋਨ 'ਤੇ ਫੋਨ ਆਈ ਜਾਂਦੇ। ਉਦੋਂ ਤਾਂ ਕੁਛ ਨਹੀਂ ਹੋਇਆ, ਜਦੋਂ ਡੈਡੀ ਦਾ ਫੋਨ ਆਇਆ ਉਦੋਂ ਹੀ ਲੈ ਵੀ ਹੁਣ ਮਾਰੇਗੇ। ਅਤੇ ਉਦੋਂ ਆਪਣੇ ਦਿਮਾਗ 'ਚ ਲੱਗਦਾ ਹੁਣ ਜਾਣਾ ਹੀ ਪੈਣਾ, ਠੀਕ ਆ। ਉਹਨੂੰ ਕਿਵੇਂ ਕਹਿਣਾ, ਸ਼ੁੱਡ ਆਈ ਲੀਵ ਨਾਓ। ਵੀ ਮੈਨੂੰ ਲੱਗਦਾ ਹੁਣ ਮੈਨੂੰ ਜਾਣਾ ਚਾਹੀਦਾ, ਬੜਾ ਹਨੇਰਾ ਹੋ ਗਿਆ, ਡੈਡੀ ਦਾ ਫੋਨ ਆ ਗਿਆ। ਸੋ ਸ਼ੁੱਡ ਆਈ ਲੀਵ ਨਾਓ ਉੱਥੇ ਆਊਗਾ। ਸੋ ਜਦੋਂ ਵੀ ਤੁਹਾਨੂੰ ਕੋਈ ਸਲਾਹ ਦੇਵੇ, ਇੱਕ ਤਾਂ ਉਦੋਂ ਸ਼ੁੱਡ, ਇੱਕ ਤੁਹਾਨੂੰ ਐਂ ਲੱਗੇ ਮੈਨੂੰ ਹੁਣ ਇਹ ਕੰਮ ਮੈਨੂੰ ਲੱਗਦਾ ਮੰਨ ਲਓ ਪੇਪਰ ਚੱਲਦੇ ਪਏ, ਹੈ ਨਾ, ਪੇਪਰ ਨਹੀਂ, ਸਾਰਾ ਸਮੈਸਟਰ ਖਤਮ ਹੋ ਗਿਆ, ਠੀਕ ਆ। ਪੇਪਰਾਂ ਦੀ ਡੇਟ ਸ਼ੀਟ ਆ ਗਈ, ਪੇਪਰ ਆ ਗਿਆ ਵੀ ਲੈ ਵੀ ਹੁਣ ਆਪਣਾ ਜਿਹੜਾ ਪੇਪਰ ਆ ਉਹ 14 ਜਨਵਰੀ ਦਾ ਪੇਪਰ ਆ ਆਪਣਾ, ਠੀਕ ਆ। ਲਓ ਵੀ 12 ਤਰੀਕ ਆ ਗਈ, 12 ਆ ਗਈ, 12 ਨੂੰ ਰਾਤ ਨੂੰ ਸੋਚੀ ਇਹਨੇ ਲੈ ਵੀ ਲੱਗਦਾ ਹੁਣ ਮੈਨੂੰ ਪੜ੍ਹਨਾ ਚਾਹੀਦਾ, ਹੈ ਨਾ। 12 ਆ ਗਈ, ਕੱਲ੍ਹ ਇੱਕ ਦਾ ਦਿਨ ਹੀ ਰਹਿ ਗਿਆ, ਹੁਣ ਮੈਨੂੰ ਪੜ੍ਹਨਾ ਚਾਹੀਦਾ। ਸ਼ੁੱਡ ਆਈ ਸਟੱਡੀ ਨਾਓ, ਜਾਂ ਫਿਰ ਆਈ ਸ਼ੁੱਡ ਸਟੱਡੀ ਨਾਓ, ਮੈਨੂੰ ਚੜ੍ਹਨਾ, ਸ਼ੁੱਡ ਆਈ ਸਟੱਡੀ ਨਾਓ। ਲੈ ਵੀ ਹੁਣ ਤਾਂ ਪੜ੍ਹ ਲਈ ਭਰਾਵਾ, ਵੀ ਹੁਣ ਮੈਨੂੰ ਪੜ੍ਹਨਾ ਚਾਹੀਦਾ ਯਾਰ, ਇੱਕ ਦਿਨ ਰਹਿ ਗਿਆ। ਉੱਥੇ ਸ਼ੁੱਡ ਵਰਡ ਲੱਗਦਾ ਵੀ ਹਾਂ ਵੀ ਮੈਨੂੰ ਆਹ ਕੰਮ ਕਰ ਲੈਣਾ ਚਾਹੀਦਾ। ਜਿੱਥੇ ਨਹੀਂ ਕੋਈ ਚੀਜ਼ ਕਰਨੀ ਚਾਹੀਦੀ, ਨੋਟ। ਯੂ ਸ਼ੁੱਡ ਨੋਟ ਟਾਕ ਇਨ ਦਾ ਕਲਾਸ, ਵੀ ਤੁਹਾਨੂੰ ਕਲਾਸ 'ਚ ਨਹੀਂ ਬੋਲਣਾ ਚਾਹੀਦਾ ਯਾਰ। ਸੋ ਇਹ ਹੁੰਦਾ ਸ਼ੁੱਡ ਦਾ ਯੂਜ਼। ਦਿਮਾਗ ਦੇ ਵਿੱਚ ਰੱਖੋ, ਇੱਕ ਤਾਂ ਕਿਸੇ ਨੂੰ ਸਲਾਹਾਂ ਦੇਣ ਵਾਲੇ ਜਿਹੜੇ ਹੁੰਦੇ ਆ, ਤੈਨੂੰ ਆਹ ਇੰਸਟੀਟਿਊਟ ਜੁਆਇਨ ਕਰਨਾ, ਤੈਨੂੰ ਆਹ ਫਾਈਲ, ਉੱਥੇ ਸ਼ੁੱਡ, ਤੈਨੂੰ ਆਹ ਚੀਜ਼ ਕਰਨੀ ਚਾਹੀਦੀ ਹੈ, ਠੀਕ ਆ। ਤੁਹਾਨੂੰ ਪ੍ਰੈਕਟਿਸ ਕਰਨੀ ਚਾਹੀਦੀ ਹੈ, ਜੇ ਤੁਸੀਂ ਆਇਲਸ ਕਰਨੀ ਹੈ। ਤੁਹਾਨੂੰ ਗ੍ਰਾਮਰ ਬਹੁਤ ਅੱਛੇ ਤਰੀਕੇ ਨਾਲ ਆਉਣੀ ਚਾਹੀਦੀ ਹੈ। ਯੂ ਸ਼ੁੱਡ ਲਰਨ ਗ੍ਰਾਮਰ ਬਿਫੋਰ ਗੋਇੰਗ ਟੂਆਰਡ ਦਾ ਆਇਲਸ। ਤੁਹਾਨੂੰ ਬੇਸਿਕ ਕਲੀਅਰ ਹੋਣਾ ਚਾਹੀਦਾ। ਯੂ ਸ਼ੁੱਡ ਕਲੀਅਰ ਯੂਰ ਬੇਸਿਕ ਕਨਸੈਪਟਸ ਆਫ ਗ੍ਰਾਮਰ ਬਿਫੋਰ ਕਲੀਅਰਿੰਗ ਯੂਰ ਆਇਲਸ। ਸੋ ਚਾਹੀਦੇ ਦੇ ਵਿੱਚ ਇਹ ਮੈਨੂੰ ਆਹ ਕਰਨਾ ਚਾਹੀਦਾ, ਸ਼ੁੱਡ ਆਈ ਲੀਵ ਨਾਓ, ਯੂ ਸ਼ੁੱਡ ਨੋਟ ਟਾਕ ਇਨ ਦਾ ਕਲਾਸ। ਸੋ ਇਸ ਤਰੀਕੇ ਦੇ ਨਾਲ ਸ਼ੁੱਡ ਦਾ ਯੂਜ਼ ਹੋਊਗਾ। ਆਈ ਥਿੰਕ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਬੜੇ ਅੱਛੇ ਤਰੀਕੇ ਨਾਲ। ਸੋ ਇੱਕ ਵਰਡ ਹੁੰਦਾ ਮਸਟ ਦਾ ਮਤਲਬ ਆ ਬਈ 150%। ਜਿਹੜੀ ਚੀਜ਼
ਹੋਣੀ ਹੀ ਹੋਣੀ ਚਾਹੀਦੀ ਆ, ਹੋਣੀ ਹੀ ਹੋਣੀ ਚਾਹੀਦੀ ਆ। ਜੇ ਇੱਥੇ ਕਹਿਤਾ ਯੂ ਸ਼ੁੱਡ ਗੋ ਟੂ ਸਕੂਲ, ਇਹਦੇ 'ਚ ਫੁੱਲ ਅਸ਼ੋਰਡ ਵੀ ਉਹ ਨਹੀਂ ਗੀ ਵੀ ਅਗਲੇ ਨੂੰ ਇਹ ਨਹੀਂ ਕਿਹਾ ਵੀ ਠੀਕ ਆ ਤੇਰੀ ਮਰਜ਼ੀ ਆ ਭਰਾਵਾ, ਵੈਸੇ ਮੈਂ ਤਾਂ ਕਹਿਤਾ ਜਾਣਾ ਚਾਹੀਦਾ, ਅੱਗੇ ਤੇਰੀ ਮਰਜ਼ੀ ਆ। ਪਰ ਜਿਹੜਾ ਮਸਟ ਹੁੰਦਾ ਨਾ ਉਹਦੇ 'ਤੇ ਤਾਂ ਭਾਵੇਂ ਅਗਲੇ ਨੂੰ ਕਹੇ ਇਹ ਤਾਂ ਹੋ ਗਿਆ ਜਿਹੜੇ ਆਪਣੇ ਇਹ ਰਿਸ਼ਤੇਦਾਰ ਸਲਾਹ ਦਿੰਦੇ ਯਾਰ ਤੈਨੂੰ ਸਕੂਲ ਜਾਣਾ ਚਾਹੀਦਾ, ਇਹ ਹੋ ਗਿਆ ਜਦੋਂ ਆਪਣੇ ਡੈਡੀ ਸਲਾਹ ਦਿੰਦੇ ਆ, ਪੇਰੈਂਟਸ ਸਲਾਹ ਦਿੰਦੇ ਆ। ਜੇ ਨਹੀਂ ਗਏ ਨਾ ਧੂ ਕੇ ਛੱਡ ਕੇ ਆਉਣਗੇ ਵੀ 150% ਜਿਹੜੀ ਕਹਿ ਤੀ ਤੇ ਚੀਜ਼ ਕਹਿ ਤੀ, ਠੀਕ ਆ। ਹੀ ਮਸਟ ਅਪੋਲੋਜਾਈਜ਼ ਫੋਰ ਹਿਜ਼ ਮਿਸਟੇਕ, ਵੀ ਤੇਰੀ ਗਲਤੀ ਸੀ, ਤੈਨੂੰ 100% 150% ਚੀਜ਼ ਇਹੀ ਆ ਵੀ ਤੈਨੂੰ ਅਪੋਲੋਜਾਈਜ਼ ਕਰਨਾ ਚਾਹੀਦਾ, ਅਗਲੇ ਤੋਂ ਸੌਰੀ ਮੰਗਣੀ ਚਾਹੀਦੀ ਆ। ਮਤਲਬ ਇਹ ਤੇਰੀ ਪੱਕੀ ਤੇਰੇ 'ਤੇ ਇੱਕ ਹਿਸਾਬ ਦੀ ਇੱਕ ਇਨਸਾਨੀਅਤ ਹੀ ਹੈ ਇੱਕ ਤਰੀਕੇ ਨਾਲ, ਮਤਲਬ ਬਹੁਤ ਜ਼ਿਆਦਾ ਸ਼ਿਓਰਟੀ ਇੱਥੇ ਕੰਪਲਸ਼ਨ ਆ ਤੈਨੂੰ ਕਰਨੀ ਪੈਣੀ ਆ। ਹੀ ਮਸਟ ਬੀ ਇਨ ਹਿਜ਼ ਬ੍ਰਦਰਸ ਮੈਰਿਜ, ਵੀ ਮੈਨੂੰ ਤਾਂ 100% ਹੀ ਲੱਗਦਾ ਵੀ ਆਪਦੀ ਮੈਰਿਜ 'ਚ ਹੀ ਹੋਊਗਾ ਬ੍ਰਦਰ ਦੀ, ਠੀਕ ਹੈ। ਇੱਕ ਤਾਂ ਮੈਂ ਕਹਿੰਦੇ ਨੇ ਹੀ ਮੇ ਬੀ ਇਨ ਦਾ ਮਾਰਕੀਟ, ਸ਼ਾਇਦ ਹੋਵੇ ਹੁਣ ਅਗਲੇ ਦੇ ਭਰਾ ਦਾ ਵਿਆਹ ਵਾ ਤਾਂ 150% ਉੱਥੇ ਹੀ ਹੋਊਗਾ। ਸੋ ਹੀ ਮਸਟ ਬੀ ਉੱਥੇ ਹੀ ਹੋਊਗਾ। ਇਫ ਯੂ ਲਾਈਕ ਦਿਸ ਚੈਨਲ, ਜੇ ਤੁਸੀਂ ਇਸ ਚੈਨਲ ਨੂੰ ਲਾਈਕ ਕਰਦੇ ਹੋ, ਯੂ ਮਸਟ ਸਬਸਕ੍ਰਾਈਬ, ਤੁਹਾਨੂੰ ਜੋ ਸਬਸਕ੍ਰਾਈਬ ਕਰਨਾ ਚਾਹੀਦਾ। ਆਈ ਥਿੰਕ ਇਹ ਕੁਐਸਚਨ ਦਾ ਤੇ ਆਨਸਰ ਦੇਣ ਦੀ ਲੋੜ ਹੀ ਨਹੀਂ, ਠੀਕ ਆ। ਜੇ ਤੁਹਾਨੂੰ ਵੀਡੀਓਜ਼ ਪਸੰਦ ਨੇ, ਅੱਛੀਆਂ ਲੱਗਦੀਆਂ, ਤੁਸੀਂ ਆਟੋਮੈਟਿਕਲੀ ਤੁਹਾਡੇ 'ਤੇ ਕੰਪਲਸ਼ਨ, ਹੁਣ ਮੈਂ ਕੀ ਕਹਾਂ, ਕਰਨੀ ਚਾਹੀਦੀ ਹੈ ਤੁਹਾਨੂੰ ਇਹ ਚੀਜ਼। ਇਹ ਤਾਂ ਤੁਹਾਡੀ ਆਪਦੀ ਕੀ ਆ, ਇੱਕ ਡਿਊਟੀ ਆ। ਸੋ ਇਹ ਤੁਹਾਡੀ ਆਪਦੀ ਡਿਊਟੀ ਹੁੰਦੀ ਆ। ਸੋ ਇਹ ਆਪਣੇ ਸੀਗੇ ਮਸਟ ਦੇ, ਸ਼ੁੱਡ ਦੇ ਸਾਰੇ। ਸੋ ਅੱਜ ਮੈਂ ਤੁਹਾਨੂੰ ਕਿਹੜੇ ਕਿਹੜੇ ਕਰਾਏ ਆ ਤੁਹਾਡੇ ਸਾਹਮਣੇ ਆ। ਥੋੜ੍ਹੀ ਜਿਹੀ ਰਿਵਾਈਜ਼ ਕਰ ਲਈਏ। ਸ਼ੁੱਡ ਦਾ ਮਤਲਬ ਹੁੰਦਾ ਚਾਹੀਦਾ, ਸਲਾਹ ਦੇਣ ਵਾਲੇ ਬੰਦੇ। ਕੰਪਲਸ਼ਨ 100%, 150%, ਠੀਕ ਆ। ਦੈਨ ਕੁੱਡ ਆ ਗਿਆ। ਕੁੱਡ ਦਾ ਮਤਲਬ ਹੁੰਦਾ ਤੁਹਾਨੂੰ ਪਤਾ ਹੀ ਆ, ਪਾਸਟ ਦੇ ਵਿੱਚ ਜਿਹੜੀ ਐਬਿਲਿਟੀ ਤੋਂ ਪੋਲਾਈਟ ਰਿਸਪੈਕਟ, ਕਿਸੇ ਤੋਂ ਕੁਛ ਮੰਗਣਾ ਹੋਵੇ, ਦੇ ਦੇ ਯਾਰ ਪੈਸੇ, ਕੁੱਡ ਯੂ ਗਿਵ ਮੀ ਦਾ ਮਨੀ, ਠੀਕ ਆ। ਪਾਸਟ ਦੇ ਵਿੱਚ ਮੈਂ ਐਵੇਂ ਕਰਦਾ ਹੁੰਦਾ ਸੀ, ਜਿਵੇਂ ਕਿ ਆਪਣੇ ਪੇਰੈਂਟਸ ਤੋਂ ਮੈਂ ਤੁਹਾਡੇ ਐਗਜ਼ਾਮਪਲ ਦਿੱਤਾ ਸਿਲੰਡਰ ਵਾਲਾ। ਦੈਨ ਕੈਨ, ਪ੍ਰੈਜ਼ੈਂਟ ਦੀ ਕੈਪੇਬਿਲਿਟੀ, I can speak in English, I can speak in English, I can crack the IELTS, this is our present ਦੀ capabilities। ਮੈਂ ਦੇ ਵਿੱਚ ਥੋੜ੍ਹੇ ਜਿਹੀ ਉਹ ਹੁੰਦੀ ਆ ਵੀ ਆਕਾਂਕਸ਼ਾ ਕਹਿ ਦਿੰਦੇ ਨਾ, ਪੋਸੀਬਿਲਿਟੀ। ਇੱਕ ਤਾਂ ਪਰਮਿਸ਼ਨ ਮੰਗਣੀ ਆ, ਠੀਕ ਹੈ, ਮੇ ਕਮ ਇਨ ਸਰ, ਮੇ ਆਸਕ ਦਾ ਕੁਐਸਚਨ, ਠੀਕ ਹੈ। ਇੱਕ ਬਲੈਸਿੰਗਸ, ਮੇ ਗੋਡ ਬਲੈਸ ਯੂ, ਮੇ ਆਸਕ ਦਾ ਕੁਐਸਚਨਸ। ਦੈਨ ਆਪਣੀ ਆ ਜਾਂਦੀ ਆ ਆਪਣੀ ਮੇ ਯੂ ਲਿਵ ਲੌਂਗ, ਆਪਣੀ ਪਰਮਿਸ਼ਨ। ਸੋ ਇਹ ਸੀਗੇ ਆਪਣੇ ਅੱਜ ਦੇ ਮੋਡਾਲਸ। ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ, ਬਾਕੀ ਜਿਹੜੇ ਰਹਿ ਗਏ ਮੋਡਾਲਸ ਉਹ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਨੈਕਸਟ 'ਚ ਲੈ ਕੇ ਆਊਂਗਾ। ਜਿਹੜੇ ਯੂਜ਼ ਟੂ, ਹੈ ਨਾ, ਡੇਅਰ ਟੂ, ਵਾਂਟ ਟੂ, ਨੀਡ ਟੂ, ਇਹ ਸਾਰੇ ਕਈ ਐਵੇਂ ਦੇ ਟੂ ਵਾਲੇ ਜਿਹੜੇ ਮੋਡਾਲਸ ਨੇ ਉਹ ਰਹਿ ਗਏ ਆ। ਕੋਈ ਗੱਲ ਨਹੀਂ, ਆਪਾਂ ਅਗਲੀ ਵੀਡੀਓ ਬਣਾਵਾਂਗੇ, ਕਿਉਂਕਿ ਲੰਬੀ ਨਹੀਂ ਬਣਾਉਂਦੇ ਆਪਾਂ, ਬਾਹਰ ਇਕੱਲੀ ਚੀਜ਼ ਚੰਗੀ ਤਰੀਕੇ ਨਾਲ ਕਲੀਅਰ ਕਰਾਂਗੇ। ਸੋ ਅੱਜ ਦੀ ਵੀਡੀਓ ਤੁਹਾਡੇ ਅੱਗੇ ਮੋਡਾਲਸ ਲਈ ਸੀ। ਹੁਣ ਇੱਕ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਮੈਂ ਦੇਣੀ ਚਾਹੁੰਦਾ ਵਾਂ। ਇਨਫੋਰਮੇਸ਼ਨ ਇਹ ਵਾ ਲਾਸਟ ਦੇ ਵਿੱਚ ਵੀ ਸਾਡਾ ਜਿਹੜਾ ਆਇਲਸ ਦੀ ਔਨਲਾਈਨ ਕਲਾਸ ਆ ਉਹ 19th of January ਨੂੰ 9th of January ਨੂੰ ਸਟਾਰਟ ਹੋ ਰਹੀ ਆ। ਉਹਦੇ ਵਾਸਤੇ ਵੀ ਸਾਰੇ ਬੱਚਿਆਂ ਨੂੰ ਇੱਕ ਇਹ ਆ ਵੀ ਅਸੀਂ ਫ੍ਰੀ ਡੈਮੋ ਪ੍ਰੋਵਾਈਡ ਕਰਾਈਏ ਨੇ। ਫ੍ਰੀ ਡੈਮੋ ਕਦੋਂ ਨਾ, ਉਹ ਹੈਗਾ 4th of January, ਮਤਲਬ ਜਿਹੜਾ ਹੁਣ ਬੁੱਧਵਾਰ ਆਊਗਾ। ਸੋ ਜੇ ਬੱਚੇ ਕਿਸੇ ਨੇ ਵੀ ਫ੍ਰੀ ਆਫ ਡੈਮੋ ਲੈਣਾ ਵੀ, ਤਾਂ ਕਿ ਕਿਸੇ ਬੱਚੇ ਦੇ ਮਨ 'ਚ ਇਹ ਸ਼ੱਕ ਨਾ ਹੋਵੇ ਕੀ ਪਤਾ ਸਾਨੂੰ ਸਮਝ ਹੀ ਨਾ ਆਵੇ ਸਰ ਦੀ ਕਲਾਸ, ਸੋ ਉਹਦੇ 'ਚ ਮੈਂ ਫੁੱਲ ਕਲਾਸ ਦਾ ਡੈਮੋ ਦਊਂਗਾ। ਉਹ ਡੈਮੋ ਜੇ ਤੁਸੀਂ ਜੁਆਇਨ ਕਰਨਾ ਤਾਂ ਇਹ ਜਿਹੜਾ ਨੰਬਰ ਆ ਇੱਥੇ ਜਾ ਕੇ WhatsApp ਮੈਸੇਜ ਕਰ ਦਿਓ, ਤੁਹਾਨੂੰ ਫ੍ਰੀ ਆਫ ਕੋਸਟ ਅਸੀਂ ਡੈਮੋ ਪ੍ਰੋਵਾਈਡ ਕਰਾਂਗੇ 4 ਜਨਵਰੀ ਨੂੰ, ਠੀਕ ਆ। ਸੋ ਉਸ ਤੋਂ ਬਾਅਦ ਜਿਹੜੇ ਐਡਮਿਸ਼ਨਸ ਸਟਾਰਟ ਹੋ ਜਾਣਗੇ 9th ਜਨਵਰੀ ਦੇ ਨਿਊ ਬੈਚ ਦੇ। ਸੋ ਜਿਹੜੇ ਵੀ ਬੱਚੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ੱਕ ਹੋਵੇ, ਕੀ ਪਤਾ ਸਰ ਦੀ ਸਾਨੂੰ ਸਮਝ ਲੱਗੀ ਕਿ ਨਾ ਲੱਗੀ, ਸਮਝਣਾ ਮੇਰਾ ਕੰਮ ਆ। ਐਫਰਟਸ ਮੈਨੂੰ ਪਤਾ ਮੈਂ ਕਿੰਨੇ ਕੁ ਵਧੀਆ ਕਰਦਾ ਬੱਚਿਆਂ ਨੂੰ ਸਮਝਾਉਣ ਲਈ, ਕਿੰਨੀ ਕੁ ਮੈਂ ਪ੍ਰੀਪਰੇਸ਼ਨ ਕਰਕੇ ਆਉਂਦਾ। ਮੇਰੇ ਵੱਲੋਂ 100% ਤੁਹਾਨੂੰ ਇਹ ਕਦੇ ਵੀ ਇਹ ਚੀਜ਼ ਨਹੀਂ ਆਊਗੀ ਸਰ ਦੀ ਸਮਝ ਨਹੀਂ ਲੱਗੀ, ਸਾਡੇ ਪੈਸੇ ਉਵੇਂ ਚੱਲ ਗਏ, ਨੋ ਵੇ, ਠੀਕ ਆ। ਫ੍ਰੀ 'ਚ ਦੇਖੋ ਪੜ੍ਹਾ ਨਹੀਂ ਸਕਦੇ, ਸਾਡਾ ਵੀ ਖਰਚਾ ਲੱਗਦਾ, ਅਸੀਂ ਵੀ ਬਹੁਤ ਸਾਰੇ, ਅਸੀਂ ਵੀ ਆਪਦੇ ਸ਼ੌਂਕ ਪੂਰਨੇ ਆ ਅਤੇ ਅਸੀਂ ਮਿਹਨਤ ਕਰਦੇ ਹਾਂ ਬਹੁਤ। ਤਾਂ ਉਹਦੇ ਵਾਸਤੇ ਤੁਹਾਨੂੰ ਤਾਂ ਹੀ ਕਹਿ ਰਹੇ ਹਾਂ, ਤਾਂ ਵੀ ਤੁਹਾਡੇ ਵਾਸਤੇ ਇੱਕ ਫ੍ਰੀ ਡੈਮੋ ਆ। ਜੇ ਕਿਸੇ ਬੱਚੇ ਨੂੰ ਕੋਈ ਵੀ ਸ਼ੱਕ ਹੋਵੇ, ਇੱਥੇ ਆ ਕੇ ਸਰ ਦੀ ਕਲਾਸ ਲਾਵੇ, ਜੇ ਤੁਹਾਨੂੰ ਵਧੀਆ ਲੱਗੇ ਸਾਡਾ ਜੁਆਇਨ ਕਰੇ। ਅਤੇ ਇਸ ਵਾਸਤੇ ਤੁਹਾਨੂੰ WhatsApp ਤੁਹਾਡਾ ਨੰਬਰ ਸਾਡਾ ਦਿੱਤਾ ਹੋਇਆ ਇੱਕ ਆ, ਦੈਨ ਇੱਕ 88-225, ਇਹ 2 ਨੰਬਰਸ ਨੇ। ਇਹਨਾਂ ਦੋਨਾਂ ਤੋਂ ਕਿਸੇ 'ਤੇ ਵੀ WhatsApp ਕਰੋਗੇ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਮਿਲੂਗਾ। ਤੁਸੀਂ ਇੱਕ ਗਰੁੱਪ ਦੇ ਵਿੱਚ ਐਡ ਹੋਵੋਗੇ, ਉਹਦੇ ਵਿੱਚ ਤੁਹਾਡਾ ਅੱਗੇ ਅਸੀਂ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਹੋਊਗੀ ਕਾਹਦੇ 'ਤੇ ਲੱਗੂਗਾ ਉਹ ਸਾਰੀ ਉਹਦੇ 'ਤੇ ਗਰੁੱਪ ਦੇ ਵਿੱਚ ਦੱਸ ਦੇਂਗੇ। ਸੋ ਥੈਂਕ ਯੂ ਸੋ ਮਚ। ਸੋ ਲਾਸਟ ਦੇ ਵਿੱਚ ਇੱਕ ਰਿਕੁਐਸਟ ਆ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਵਧੀਆ ਲੱਗੀ ਹੋਵੇ
ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ। ਸੋ ਥੈਂਕ ਯੂ ਸੋ ਮੱਚ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ।